ਸਤਿ ਸਟੂਡੈਂਟਸ ਪੰਜਾਬ ਸੀਨੀਅਰ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਦੀ ਸੀਰੀਜ਼ ਦੇ ਵਿੱਚ ਅਸੀਂ ਇੰਡਸਟਰੀਅਲ ਲਾਸ ਕਰ ਰਹੇ ਹਾਂ ਤੇ ਉਹਦੇ ਵਿੱਚ ਅੱਜ ਅਸੀਂ ਕਰਾਂਗੇ ਵਰਕਮੈਨ ਕੰਪਨਸੇਸ਼ਨ ਐਕਟ 1923 ਤੇ ਚਲੋ ਸਟਾਰਟ ਕਰਦੇ ਹਾਂ। ਜਿਹੜੇ ਸਟੂਡੈਂਟਸ ਨਵੇਂ ਆਏ ਆ ਪਲੀਜ਼ ਸਬਸਕ੍ਰਾਈਬ ਕਰ ਲਓ ਔਰ ਵੀਡੀਓਜ਼ ਤੋਂ ਬੈਨੀਫਿਟ ਹੋਏ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਐਂਡ ਸ਼ੇਅਰ ਵੀ ਕਰੋ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰਨ ਲਈ ਜੁਆਇਨ ਵੀ ਜ਼ਰੂਰ ਕਰੋ। ਤੇ ਚਲੋ ਸਟਾਰਟ ਕਰਦੇ ਹਾਂ। ਇੰਪਲੋਈਜ਼ ਕੰਪਨਸੇਸ਼ਨ ਐਕਟ ਜਾਂ ਵਰਕਮੈਨ ਕੰਪਨਸੇਸ਼ਨ ਐਕਟ ਇਹਦਾ ਮੇਨ ਆਬਜੈਕਟ ਕੀ ਹੈ ਕਿ ਇਨ ਕੇਸ ਕਿਸੇ ਬੰਦੇ ਦੀ ਜਿਹੜੀ ਹੈ ਕੰਮ ਕਰਦੇ ਦੌਰਾਨ ਡੈਥ ਹੋ ਜਾਂਦੀ ਹੈ ਖੁਦਾ ਨਾ ਖਾਸਤਾ ਜਾਂ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਡਿਸੇਬਲਮੈਂਟ ਹੋ ਜਾਂਦੀ ਹੈ, ਉਹਦਾ ਹੱਥ ਕੱਟਿਆ ਜਾਂਦਾ, ਬਾਂਹ ਕੱਟੀ ਜਾਂਦੀ। ਸੋ ਇਸ ਕੇਸ ਦੇ ਵਿੱਚ ਉਹਦੀ ਐਫੀਸ਼ੀਐਂਸੀ ਪਹਿਲਾਂ ਜਿੰਨੀ ਨਹੀਂ ਰਹਿੰਦੀ, ਰਾਈਟ। ਸੋ ਉਸ ਕੇਸ ਦੇ ਵਿੱਚ ਜਿਹੜੀ ਹੈ ਕੰਪਨੀ ਉਹਨੂੰ ਅਸਿਸਟੈਂਸ ਪ੍ਰੋਵਾਈਡ ਕਰੇਗੀ, ਪੂਰਾ ਜੋ ਵੀ ਉਹਦਾ ਕੰਪਨਸੇਸ਼ਨ ਬਣਦਾ ਹੈ। ਔਰ ਇਨ ਕੇਸ ਉਹਦੀ ਡੈਥ ਹੋ ਜਾਂਦੀ ਹੈ ਅਤੇ ਉਹਦੇ ਜਿਹੜੇ ਡਿਪੈਂਡੈਂਟਸ ਨੇ ਉਹਦੀ ਹਰ ਤਰ੍ਹਾਂ ਨਾਲ ਮਦਦ ਜਿਹੜੀ ਹੈ ਕਰੇਗੀ। ਐਂਡ ਇਹਦੇ ਵਿੱਚ ਇਸ ਐਕਟ ਦੇ ਥਰੂ ਜਿਹੜੇ ਡਿਸਪਿਊਟਸ ਨੇ ਇੰਪਲੋਇਰ ਇੰਪਲੋਈਜ਼ ਦੇ ਉਹਨਾਂ ਨੂੰ ਆਪਾਂ ਚੀਪਰ ਵੇ ਦੇ ਨਾਲ ਸੌਰਟ ਆਊਟ ਕਰ ਸਕਦੇ ਹਾਂ ਰੈਦਰ ਦੈਨ ਆਪਾਂ ਲਿਟੀਗੇਸ਼ਨਸ ਦੇ ਵਿੱਚ ਪਈਏ। ਉਸ ਤੋਂ ਬਾਅਦ ਐਕਸਟੈਂਟ ਐਂਡ ਐਪਲੀਕੇਸ਼ਨ। ਐਕਸਟੈਂਟ ਮਤਲਬ ਕਿ ਸਾਰੇ ਇੰਡੀਆ ਦੇ ਵਿੱਚ ਹੀ ਇਹ ਜਿਹੜਾ ਆ ਐਪਲੀਕੇਬਲ ਹੈ। ਉਹਨਾਂ ਦਾ ਨੀਡ ਆਫ ਦੀ ਐਕਟ ਇਹਦੇ ਵਿੱਚ ਕੀ ਹੈ ਕਿ ਇਹ ਜਿਹੜਾ ਐਕਟ ਹੈ ਵਰਕਮੈਨ ਕੰਪਨਸੇਸ਼ਨ ਐਕਟ ਇਹ ਇੰਪਲੋਇਰ ਦੇ ਉੱਤੇ ਇੱਕ ਸਟੈਚੂਟਰੀ ਲਾਇਬਿਲਿਟੀ ਜਿਹੜਾ ਇੰਪੋਜ਼ ਕਰਦਾ। ਸਟੈਚੂਟਰੀ ਲਾਇਬਿਲਿਟੀ ਆਪਾਂ ਉਦੋਂ ਗੱਲ ਕਰਦੇ ਹਾਂ ਜਦੋਂ ਆਪਾਂ ਐਕਟ ਦੀ ਗੱਲ ਕਰਦੇ ਹਾਂ, ਕਿਸੇ ਵੀ ਐਕਟ ਦੀ, ਠੀਕ ਹੈ। ਸੋ ਕੋਈ ਵੀ ਐਕਟ ਜਿਹੜਾ ਆ ਜਦੋਂ ਉਹਦੇ ਵਿੱਚ ਕੁਝ ਪ੍ਰੋਵੀਜ਼ਨਸ ਲਿਖੀਆਂ ਹੋਣ ਅਤੇ ਉਹ ਪ੍ਰੋਵੀਜ਼ਨਸ ਜਿਹੜੀਆਂ ਆ ਜਿਹੜੀ ਵੀ ਫੈਕਟਰੀ ਉਸ ਐਕਟ ਨੂੰ ਇੰਪਲੀਮੈਂਟ ਕਰਦੀ ਹੈ ਜਾਂ ਜਿਹੜੀ ਵੀ ਆਰਗੇਨਾਈਜੇਸ਼ਨ ਉਸ ਐਕਟ ਨੂੰ ਇੰਪਲੀਮੈਂਟ ਕਰਦੀ ਆ ਉਹ ਇੱਕ ਤਰ੍ਹਾਂ ਦੀ ਐਮਪਲੋਇਰਸ ਦੇ ਉੱਤੇ ਇੱਕ ਲਾਇਬਿਲਿਟੀ ਬਣਾ ਦਿੰਦੀ ਆ ਵੀ ਉਹਨਾਂ ਦਾ ਉਹ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਉਹ ਕੰਮ ਕਰਨਾ ਹੀ ਪੈਂਦਾ ਜੋ ਉਸ ਐਕਟ ਦੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਖਿਆ ਹੋਵੇ। ਸੋ ਇਸੇ ਤਰ੍ਹਾਂ ਹੀ ਅਗਰ ਕਿਸੇ ਇੰਪਲੋਇਰ ਦਾ ਕੋਈ ਇੰਪਲੋਈ ਕੰਮ ਦੌਰਾਨ ਸਪੈਸ਼ਲੀ ਜਿਹੜੇ ਹਾਜ਼ਰਡਸ ਵਰਕਿੰਗ ਕੰਡੀਸ਼ਨਸ ਦੇ ਵਿੱਚ ਕੰਮ ਕਰਦੇ ਆ ਉਸ ਦੌਰਾਨ ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋ ਜਾਂਦੀ ਹੈ ਜਾਂ ਫਿਰ ਫਿਜ਼ੀਕਲੀ ਉਹ ਕਿਸੇ ਤਰ੍ਹਾਂ ਡਿਸੇਬਲ ਹੋ ਜਾਂਦੇ ਨੇ, ਸੋ ਉਸ ਟਾਈਮ ਦੇ ਵਿੱਚ ਦੌਰਾਨ ਉਹਨਾਂ ਨੂੰ ਜਿਹੜਾ ਆ ਇਹ ਉਹਨਾਂ ਦੀ ਮੋਰਲ ਓਬਲੀਗੇਸ਼ਨ ਵੀ ਬਣਦੀ ਹੈ ਕਿ ਉਹਨਾਂ ਨੂੰ ਜਿਹੜਾ ਆ ਉਹ ਕੰਪਨਸੇਸ਼ਨ ਪ੍ਰੋਵਾਈਡ ਕਰਨ। ਸੋ ਓਬਜੈਕਟਿਵ ਕੀ ਹੈ? ਅਗੇਨ ਉਹੀ ਚੀਜ਼ ਹੈ ਕਿ ਇਨ ਕੇਸ ਪਰਸਨ ਜਿਹੜਾ ਆ ਉਹ ਆਪਣੀ ਅਰਨਿੰਗ ਕੈਪੈਸਿਟੀ ਨੂੰ ਲੂਜ਼ ਕਰ ਦਿੰਦਾ ਆ ਜਾਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਲੂਜ਼ ਕਰੇਗਾ ਜਾਂ ਫਿਰ ਉਹ ਡਿਸੇਬਲ ਹੋ ਗਿਆ ਅਤੇ ਅੱਗੇ ਨਾਲ ਉਹ ਉਨਾ ਜ਼ਿਆਦਾ ਐਫੀਸ਼ੀਐਂਸੀ ਨਾਲ ਕੰਮ ਤਾਂ ਨਹੀਂ ਕਰ ਪਾਏਗਾ। ਸੋ ਉਸ ਕੇਸ ਦੇ ਵਿੱਚ ਉਹਨੂੰ ਪ੍ਰੋਪਰ ਮੀਨਸ ਆਫ ਲਾਈਵਲੀਹੁੱਡ ਜਿਹੜੇ ਆ ਪ੍ਰੋਵਾਈਡ ਕਰਨੇ ਆ। ਦੈਨ ਉਸ ਤੋਂ ਬਾਅਦ ਨੇਚਰ ਕੀ ਹੈ ਇੰਪਲੋਇਜ਼ ਲਾਇਬਿਲਿਟੀ ਦੀ ਕਿ ਐਮਪਲੋਇਰ ਜਿਹੜਾ ਆ ਵਰਕਰਸ ਨੂੰ ਉਹਦੇ ਕੰਮ ਲਈ ਪੇ ਕਰੇਗਾ ਅਤੇ ਜੋ ਵੀ ਐਕਟ ਦੇ ਅੰਡਰ ਪ੍ਰੋਵੀਜ਼ਨਸ ਬਣਦੀਆਂ ਨੇ ਕੰਪਨਸੇਸ਼ਨ ਦੀਆਂ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਕੰਪਨਸੇਟ ਕਰੂਗਾ। ਦੈਨ ਉਸ ਤੋਂ ਬਾਅਦ ਐਮਪਲੋਇਰ ਹੀ ਜਿਹੜਾ ਆ ਡਿਫਰੈਂਸ ਨੂੰ ਮੇਜਰ ਕਰੇਗਾ ਵੇਜ ਅਰਨਿੰਗ ਕਪੈਸਿਟੀ ਬਿਫੋਰ ਐਂਡ ਆਫਟਰ ਦਾ ਐਕਸੀਡੈਂਟ ਕਿ ਪਹਿਲਾਂ ਇੱਕ ਬੰਦੇ ਦੀ ਜਿਹੜੀ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਦੀ ਅਰਨਿੰਗ ਕਪੈਸਿਟੀ ਕਿੰਨੀ ਸੀਗੀ ਅਤੇ ਜੇ ਉਹ ਐਕਸੀਡੈਂਟ ਦੇ ਦੌਰਾਨ ਉਹ ਡਿਸੇਬਲ ਹੋ ਗਿਆ ਅਤੇ ਉਸ ਤੋਂ ਬਾਅਦ ਉਹਦੀ ਅਰਨਿੰਗ ਕਪੈਸਿਟੀ ਕਿੰਨੀ ਹੈ। ਸੋ ਉਸ ਦੇ ਵਿਚਲਾ ਜਿਹੜਾ ਵੇਜ ਡਿਫਰੈਂਸ ਹੈ ਉਹ ਇੰਪਲੋਇਰ ਕੈਲਕੂਲੇਟ ਕਰੇਗਾ। ਦੈਨ ਡੈਫੀਨੇਸ਼ਨਸ ਅੰਡਰ ਦੀ ਐਕਟ ਇਹਦੇ ਵਿੱਚ ਡਿਪੈਂਡੈਂਟਸ ਜਿਹੜੇ ਹੈ ਉਹ ਡਿਫਾਈਨ ਕੀਤੇ ਹੈ ਸੈਕਸ਼ਨ 2 ਸਬਸੈਕਸ਼ਨ 1 ਸਬਸੈਕਸ਼ਨ ਡੀ ਦੇ ਅੰਡਰ। ਇਹਦੇ ਵਿੱਚ ਡਿਪੈਂਡੈਂਟਸ ਨੂੰ 3 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਆ। ਸਭ ਤੋਂ ਪਹਿਲਾਂ ਕਿ ਜੇਕਰ ਉਹਦੀ ਡੈਥ ਹੋ ਜਾਂਦੀ ਹੈ ਅਤੇ ਕੌਣ ਸਿੰਪਲੀ ਉਹਦਾ ਡਿਪੈਂਡੈਂਟ ਕੌਣ ਹੋ ਸਕਦਾ ਹੋ ਗਿਆ। ਨੰਬਰ 1 ਅ ਵਿਡੋ, ਅ ਮਾਈਨਰ ਸਨ, ਕੋਈ ਅਨਮੈਰਿਡ ਡਾਟਰ ਜਾਂ ਫਿਰ ਵਿਡੋਡ ਮਦਰ ਵੀ ਹੋ ਸਕਦੇ ਆ। ਦੂਸਰੇ ਨੰਬਰ 'ਤੇ ਹੈਗਾ ਕਿ ਅਗਰ ਉਹਦੀਆਂ ਪੂਰੀ ਤਰ੍ਹਾਂ ਦੇ ਨਾਲ ਮਤਲਬ ਉਹਦੀ ਡੈਥ ਤੋਂ ਬਾਅਦ ਜਿਹੜੀ ਉਹਦੀ ਫੈਮਿਲੀ ਹੈ ਪੂਰੀ ਤਰ੍ਹਾਂ ਦੇ ਨਾਲ ਉਹਦੀ ਹੀ ਅਰਨਿੰਗਸ ਦੇ ਉੱਤੇ ਡਿਪੈਂਡੈਂਟ ਸੀਗੀ, ਸੋ ਉਸ ਕੇਸ ਦੇ ਵਿੱਚ ਡਿਪੈਂਡੈਂਟਸ ਕੌਣ ਹੋਣਗੇ? ਅ ਸਨ ਔਰ ਅ ਡਾਟਰ ਹੂ ਹੈਜ਼ ਅਟੇਨਡ ਦੀ ਏਜ ਆਫ 18 years ਐਂਡ ਹੂ ਇਜ਼ ਇਨਫਰਮ। ਦੈਨ ਉਸ ਤੋਂ ਬਾਅਦ ਨੰਬਰ 3 'ਤੇ ਆਉਂਦਾ ਹੈ ਕਿ ਜੇਕਰ ਉਹ ਕੰਪਲੀਟਲੀ ਜਾਂ ਫਿਰ ਪਾਰਸ਼ਲੀ ਉਹ ਉਸ ਬੰਦੇ ਦੀ ਜਿਸ ਦੀ ਡੈਥ ਹੋ ਚੁੱਕੀ ਹੈ ਉਹਦੇ 'ਤੇ ਡਿਪੈਂਡੈਂਸ ਉਹਦੀਆਂ ਅਰਨਿੰਗਸ ਦੇ ਉੱਤੇ ਡਿਪੈਂਡੈਂਟ ਸੀ। ਸੋ ਉਸ ਕੇਸ ਦੇ ਵਿੱਚ ਡਿਪੈਂਡੈਂਟਸ ਕੌਣ ਹੋਣਗੇ? ਸੋ ਇਹ ਨੀਚੇ ਜਿੰਨੇ ਵੀ ਪੁਆਇੰਟਸ ਲਿਖੇ ਹੋ ਉਸ ਕੇਸ ਦੇ ਵਿੱਚ ਉਹ ਹੋ ਸਕਦੇ ਜਿਵੇਂ ਵਿਡੋਅਰ ਹੋ ਗਿਆ, ਪੇਰੈਂਟ ਅਦਰ ਦੈਨ ਵਿਡੋਡ ਮਦਰ ਹੋ ਗਿਆ, ਮਾਈਨਰ ਇਲੈਜੀਟੀਮੇਟ ਸਨ ਅਤੇ ਅਨਮੈਰਿਡ ਇਲੈਜੀਟੀਮੇਟ ਡਾਟਰ ਵੀ ਹੋ ਸਕਦੇ ਆ, ਠੀਕ ਹੈ, ਅਤੇ ਜਾਂ ਫਿਰ ਕੋਈ ਮਾਈਨਰ। then a minor brother or an unmarried sister or a widowed sister if a minor, then a widowed daughter in law ਵੀ ਹੋ ਸਕਦੀ ਹੈ, ਠੀਕ ਹੈ। ਸੋ ਮਤਲਬ ਜੇ ਕਿਸੇ ਦਾ ਬੇਟਾ ਉਹਦੀ ਡੈਥ ਹੋ ਗਈ ਹੈ ਅਤੇ ਉਹਦੀ ਜਿਹੜੀ ਵਿਡੋ ਹੈ ਉਹ ਵੀ ਹੋ ਸਕਦੀ ਹੈ। ਦੈਨ ਉਸ ਤੋਂ ਬਾਅਦ a minor child of pre-deceased son, ਦੈਨ ਉਸ ਤੋਂ ਬਾਅਦ a minor child of a pre-deceased daughter where no parent of child is alive and a paternal grandparent if no parent of the employee is alive। ਹੁਣ ਉਸ ਤੋਂ ਬਾਅਦ ਇੰਪਲੋਈ ਦੀ ਡੈਫੀਨੇਸ਼ਨ ਯਾਨੀ ਕਿ ਵਰਕਮੈਨ ਦੀ ਡੈਫੀਨੇਸ਼ਨ ਦੇ ਵਿੱਚ ਕੌਣ ਪਰਸਨਸ ਆਉਂਦੇ ਆ। ਸਭ ਤੋਂ ਪਹਿਲਾਂ ਤਾਂ ਰੇਲਵੇ ਸਰਵੈਂਟ ਜਿਹੜਾ ਕਿ ਕਿਸੇ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਜਾਂ ਸਬ ਡਿਸਟ੍ਰਿਕਟ ਆਫਿਸ ਜਿਹੜਾ ਰੇਲਵੇ ਦਾ ਆ ਉਹਦੇ ਅੰਡਰ ਪਰਮਾਨੈਂਟਲੀ ਇੰਪਲੋਇਡ ਨਾ ਹੋਵੇ
ਤੇ ਨਾ ਹੀ ਉਹ ਸਕੇਡਿਊਲ ਸੈਕਿੰਡ ਦੇ ਅੰਡਰ ਜੋ ਕੈਪੈਸਿਟੀਜ਼ ਡਿਫਾਈਨਡ ਹੈ ਉਹਦੇ ਵਿੱਚੋਂ ਕਿਸੇ ਦੇ ਵਿੱਚ ਕਿਸੇ ਕੈਟੇਗਰੀ ਦੇ ਵਿੱਚ ਇੰਪਲੋਇਡ ਹੋਵੇ। ਠੀਕ ਹੈ। ਨੰਬਰ 2 ਦੇ ਵਿੱਚ 4 ਕੈਟੇਗਰੀਜ਼ ਨੇ। ਪਹਿਲੇ ਤੇ ਹੈਗਾ ਮਾਸਟਰ, ਅ ਸੀਮੈਨ ਔਰ ਅਦਰ ਮੈਂਬਰਸ ਆਫ ਦ ਕ੍ਰਿਊ ਆਫ ਅ ਸ਼ਿਪ, ਉਹ ਵੀ ਇੰਪਲੋਈ ਹੈ ਜਾਂ ਵਰਕਮੈਨ ਹੈ। Number 2, a captain or other members of crew of an aircraft. Number 3, a person recruited as driver, helper, mechanic, cleaner or in any other capacity in connection with the motor vehicle. ਤੇ ਨੰਬਰ 4, ਕੋਈ ਵੀ ਪਰਸਨ ਜਿਹੜਾ ਕਿ ਕੰਪਨੀ ਨੇ ਰਿਕਰੂਟ ਕੀਤਾ ਆ ਬਾਹਰਲੇ ਦੇਸ਼ 'ਚ ਕੰਮ ਕਰਨ ਲਈ ਐਂਡ ਹੂ ਇਜ਼ ਇੰਪਲੋਇਡ ਆਊਟਸਾਈਡ ਇੰਡੀਆ ਇਨ ਐਨੀ ਸੱਚ ਕੈਪੈਸਿਟੀ ਐਜ਼ ਇਜ਼ ਸਪੈਸੀਫਾਈਡ ਇਨ ਸਕੈਡਿਊਲ 2 ਆਫ ਦਾ ਐਕਟ ਐਂਡ the ship, aircraft or motor vehicle or company as the case may be is registered in ਇੰਡੀਆ। ਠੀਕ ਹੈ ਕਿ ਬਾਹਰ ਕੰਮ ਕਰਦਾ ਹੋਏ ਬਟ ਜਿੱਦਾਂ ਹੁਣ ਨੇਵੀ ਵਾਲੇ ਹੁੰਦੇ ਨੇ ਕਈ। ਠੀਕ ਹੈ। ਸੋ ਉਹ ਕੀ ਹੈ, ਉਹ ਮਤਲਬ ਕੰਪਨੀਜ਼ ਤੇ ਉਹਨਾਂ ਦੀਆਂ ਰਜਿਸਟਰਡ ਇੰਡੀਆ ਦੇ ਵਿੱਚ ਹੁੰਦੀਆਂ ਨੇ ਬਟ ਉਹ ਕੰਮ ਬਾਹਰਲੇ ਦੇਸ਼ਾਂ ਦੇ ਵਿੱਚ ਕਰਦੇ ਨੇ। ਠੀਕ ਹੈ। ਸੋ ਇਸ ਕੇਸ ਦੇ ਵਿੱਚ ਵੀ ਉਹ ਇੰਪਲੋਈ ਜਿਹੜਾ ਵਰਕਮੈਨ ਕੰਪਨਸੇਸ਼ਨ ਐਕਟ ਦੀ ਡੈਫੀਨੇਸ਼ਨ ਦੇ ਅੰਡਰ ਆਏਗਾ। ਇਸ ਤੋਂ ਬਾਅਦ ਇੰਪਲੋਇਰ ਕੌਣ ਹੋਊਗਾ? ਦ ਫੋਲੋਇੰਗ ਪਰਸਨਸ ਆਰ ਇਨਕਲੂਡਡ ਇਨ ਦ ਡੈਫੀਨੇਸ਼ਨ ਆਫ ਇੰਪਲੋਇਰ। ਇੰਪਲੋਇਰ ਕੌਣ ਹੁੰਦਾ? ਜਿਹੜਾ ਜੌਬ ਦਿੰਦਾ। ਨੰਬਰ 1, ਐਨੀ ਬੋਡੀ ਆਫ ਪਰਸਨਸ ਇਨਕੋਰਪੋਰੇਟਡ ਔਰ ਨੋਟ। ਠੀਕ ਹੈ, ਬੋਡੀ ਆਫ ਪਰਸਨਸ। ਦੈਨ ਉਸ ਤੋਂ ਬਾਅਦ ਸੈਕਿੰਡ ਹੈਗਾ ਕੋਈ ਵੀ ਮੈਨੇਜਿੰਗ ਏਜੰਟ ਹੋ ਸਕਦਾ ਇੰਪਲੋਇਰ ਦਾ। ਅਤੇ ਨੰਬਰ 3, ਲੀਗਲ ਰਿਪਰੈਜ਼ੈਂਟੇਟਿਵ। ਅਗਰ ਕਿ ਇੰਪਲੋਇਰ ਜਿਹੜਾ ਹੈ ਉਹ ਨਹੀਂ ਰਿਹਾ ਸੋ ਉਸ ਕੇਸ ਦੇ ਵਿੱਚ ਉਹਦਾ ਲੀਗਲ ਰਿਪਰੈਜ਼ੈਂਟੇਟਿਵ ਵੀ ਇੰਪਲੋਇਰ ਹੋਏਗਾ। ਦੈਨ ਉਸ ਤੋਂ ਬਾਅਦ ਆਉਂਦਾ ਸੀਮੈਨ ਦੀ ਡੈਫੀਨੇਸ਼ਨ। ਅੰਡਰ ਸੀਮੈਨ ਅੰਡਰ ਸੈਕਸ਼ਨ 2(1)(k) ਮੀਨਸ ਐਨੀ ਪਰਸਨ forming part of crew of any ship but does not include the master of the ship। ਮਾਸਟਰ ਨੂੰ ਛੱਡ ਕੇ ਬਾਕੀ ਕ੍ਰਿਊ ਦਾ ਕੋਈ ਵੀ ਜਿਹੜਾ ਮੈਂਬਰ ਹੈ ਉਹਨੂੰ ਆਪਾਂ ਸੀਮੈਨ ਕਹਿ ਸਕਦੇ ਹਾਂ। ਦੈਨ ਉਸ ਤੋਂ ਬਾਅਦ ਆਉਂਦਾ ਵੇਜਿਸ। ਅਕੋਰਡਿੰਗ ਟੂ ਸੈਕਸ਼ਨ 2(1)(m) ਵੇਜਿਸ ਦਾ ਮਤਲਬ ਕੀ ਹੈ ਕਿ ਕੋਈ ਵੀ ਪ੍ਰਿਵਿਲੇਜ ਜਾਂ ਕੋਈ ਵੀ ਬੈਨੀਫਿਟ ਜਿਹੜਾ ਕਿ ਮਨੀ ਦੇ ਵਿੱਚ ਆਪਾਂ ਇਨ ਦਾ ਫਾਰਮ ਆਫ ਮਨੀ ਜਾਂ ਇਨ ਦਾ ਫਾਰਮ ਆਫ ਕੈਸ਼ ਆਪਾਂ ਉਹਨਾਂ ਨੂੰ ਦਿੰਦੇ ਹਾਂ ਬਟ ਇਹਦੇ ਵਿੱਚ ਕੋਈ ਵੀ ਟਰੈਵਲਿੰਗ ਅਲਾਉੈਂਸ ਨਹੀਂ ਆਏਗਾ। ਠੀਕ ਹੈ। ਜਾਂ ਕੋਈ ਵੀ ਉਹਨੂੰ ਟਰੈਵਲਿੰਗ ਕੰਸੈਸ਼ਨ ਦਿੱਤਾ ਗਿਆ ਉਹ ਨਹੀਂ ਆਏਗਾ ਜਾਂ ਫਿਰ ਜਿਹੜਾ ਇੰਪਲੋਇਰ ਜਾਂ ਇੰਪਲੋਈ ਖੁਦ ਵੀ ਕੰਟਰੀਬਿਊਸ਼ਨ ਕੋਈ PF ਵਗੈਰਾ ਨੂੰ ਪੇ ਕਰਦਾ ਆ ਉਹ ਵੀ ਨਹੀਂ ਆਊਗਾ। ਠੀਕ ਹੈ। ਬਟ ਇਹਦੇ ਵਿੱਚ ਉਹ ਸਾਰੇ ਐਕਸਪੈਂਸਿਸ ਆਉਣਗੇ ਜਿਹੜਾ ਕਿ ਉਹਨੂੰ ਉਹਦੇ ਕੰਮ ਦੇ ਹਿਸਾਬ ਦੇ ਨਾਲ ਮਿਲਣੇ ਲਾਜ਼ਮੀ ਹੈ। ਠੀਕ ਹੈ। ਦੈਨ ਉਸ ਤੋਂ ਬਾਅਦ ਇਸ ਐਕਟ ਦੇ ਅੰਡਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਹੈ ਕਿ ਇਹਦੇ ਵਿੱਚ 2 ਕੈਟੇਗਰੀਜ਼ ਦੇ ਵਿੱਚ ਆਪਾਂ ਡਿਸੇਬਲਮੈਂਟ ਨੂੰ ਡਿਫਾਈਨ ਕਰਦੇ ਹਾਂ। ਇੱਕ ਹੈਗਾ ਪਾਰਸ਼ਲ ਡਿਸੇਬਲਮੈਂਟ ਅਤੇ ਇੱਕ ਹੈਗਾ ਟੋਟਲ ਡਿਸੇਬਲਮੈਂਟ। ਹੁਣ ਜਿਹੜੀ ਪਾਰਸ਼ਲ ਡਿਸੇਬਲਮੈਂਟ ਹੈ ਉਹ ਵੀ 2 ਤਰ੍ਹਾਂ ਦੀ ਅੱਗੋਂ ਹੁੰਦੀ ਹੈ ਵੀ ਟੈਂਪਰਰੀ ਪਾਰਸ਼ਲ ਡਿਸੇਬਲਮੈਂਟ ਵੀ ਹੋ ਸਕਦੀ ਆ ਅਤੇ ਪਰਮਾਨੈਂਟ ਪਾਰਸ਼ਲ ਡਿਸੇਬਲਮੈਂਟ ਵੀ ਹੋ ਸਕਦੀ ਆ। ਜਿਹੜੀ ਟੈਂਪਰਰੀ ਨੇਚਰ ਦੀ ਹੁੰਦੀ ਹੈ ਡਿਸੇਬਲਮੈਂਟ ਉਹਦੇ ਵਿੱਚ ਜਿਹੜੀ ਅਰਨਿੰਗ ਕੈਪੈਸਿਟੀ ਹੈ ਉਹ ਬੰਦੇ ਦੀ ਕੁਛ ਦੇਰ ਵਾਸਤੇ ਰਿਡਿਊਸ ਹੁੰਦੀ ਹੈ। ਫੋਰ ਐਗਜ਼ਾਮਪਲ ਉਹਨੂੰ ਇਹੋ ਜਿਹੀ ਸੱਟ ਲੱਗੀ ਜਿਹੜੀ ਬਾਅਦ ਵਿੱਚ ਰਿਕਵਰ ਹੋ ਜਾਏਗੀ। ਠੀਕ ਹੈ। ਸੋ ਉਸ ਕੇਸ ਦੇ ਵਿੱਚ ਉਹ ਟੈਂਪਰਰੀ ਨੇਚਰ ਦੀ ਡਿਸੇਬਲਮੈਂਟ ਹੈ ਬਟ ਫੋਰ ਦਾ ਟਾਈਮ ਬਿੰਗ ਉਹਦੀ ਜਿਹੜੀ ਅਰਨਿੰਗ ਕੈਪੈਸਿਟੀ ਆ ਉਹ ਤਾਂ ਲੂਜ਼ ਹੋਏਗੀ ਨਾ ਜਿੰਨੇ ਦਿਨ ਵੀ ਉਹਨੂੰ ਮਤਲਬ ਉਹ ਰਿਕਵਰ ਨਹੀਂ ਕਰਦਾ। ਦੈਨ ਉਸ ਤੋਂ ਬਾਅਦ ਸੈਕਿੰਡ ਹੁੰਦਾ ਪਰਮਾਨੈਂਟ ਨੇਚਰ ਦੀ ਡਿਸੇਬਲਮੈਂਟ। ਪਰਮਾਨੈਂਟ ਨੇਚਰ ਦੀ ਜਿਹੜੀ ਪਾਰਸ਼ਲ ਡਿਸੇਬਲਮੈਂਟ ਹੁੰਦੀ ਹੈ ਉਹਦੇ ਵਿੱਚ ਬੰਦੇ ਦਾ ਜਿਵੇਂ ਕਿ ਜਿੱਦਾਂ ਮੈਂ ਤੁਹਾਨੂੰ ਕਹਿੰਦੀ ਹੁੰਦੀ ਵੀ ਹੱਥ ਵੱਢਿਆ ਗਿਆ ਜਾਂ ਬਾਂਹ ਵੱਢੀ ਗਈ ਜਿਹਦੇ ਵਿੱਚ ਉਹਦੀ ਅਰਨਿੰਗ ਕੈਪੈਸਿਟੀ ਜਿਹੜੀ ਹੈ ਪਹਿਲਾਂ ਨਾਲੋਂ ਜੋ ਪਹਿਲਾਂ ਉਹ ਕਮਾਉਂਦਾ ਸੀ ਉਹਦੇ ਨਾਲ ਉਹਦੀ ਅਰਨਿੰਗ ਕੈਪੈਸਿਟੀ ਜਿਹੜੀ ਹੈ ਉਹ ਰਿਡਿਊਸ ਹੋ ਜਾਏਗੀ। ਬਟ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਜਿਹੜੀ ਅਰਨਿੰਗ ਕੈਪੈਸਿਟੀ ਰਿਡਿਊਸ ਹੋਣੀ ਹੈ ਪਰਮਾਨੈਂਟਲੀ ਰਿਡਿਊਸ ਹੋਣੀ ਹੈ, ਬੰਦਾ ਰਿਕਵਰ ਨਹੀਂ ਕਰ ਸਕਦਾ। ਦੈਨ ਉਸ ਤੋਂ ਬਾਅਦ ਹੈਗਾ ਸੈਕਸ਼ਨ 2(1)(g) ਇਹਦੇ ਅੰਡਰ ਕੀ ਹੈ ਸਕੈਡਿਊਲ 1 ਜਿਹੜਾ ਐਕਟ ਦਾ ਉਹਦੇ ਪਾਰਟ 2 ਦੇ ਵਿੱਚ ਕੁਝ ਇੰਜਰੀਜ਼ ਇਹਨਾਂ ਨੇ ਡਿਫਾਈਨ ਕੀਤੀਆਂ ਕਿ ਉਹ ਇੰਜਰੀਜ਼ ਦੇ ਨਾਲ ਬੰਦੇ ਨੂੰ ਜਿਹੜਾ ਪਰਮਾਨੈਂਟ ਪਾਰਸ਼ਲ ਡਿਸੇਬਲਮੈਂਟ ਹੁੰਦੀ ਹੀ ਹੁੰਦੀ ਹੈ। ਰਾਈਟ। ਸੋ ਉਹਦੇ ਅਕੋਰਡਿੰਗਲੀ ਫਿਰ ਕੰਪਨਸੇਸ਼ਨ ਜਿਹੜਾ ਕੈਲਕੂਲੇਟ ਕੀਤਾ ਜਾਂਦਾ ਹੈ। ਦੈਨ ਉਸ ਤੋਂ ਬਾਅਦ ਆਉਂਦਾ ਟੋਟਲ ਡਿਸੇਬਲਮੈਂਟ। ਟੋਟਲ ਡਿਸੇਬਲਮੈਂਟ ਦੀ ਵੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਪਰਮਾਨੈਂਟ ਇੱਕ ਹੁੰਦੀ ਹੈ ਟੈਂਪਰਰੀ। ਠੀਕ ਹੈ। ਟੈਂਪਰਰੀ ਮੀਨਸ ਥੋੜ੍ਹੀ ਦੇਰ ਲਈ ਅਤੇ ਪਰਮਾਨੈਂਟ ਮੀਨਸ ਪਰਮਾਨੈਂਟ ਲਾਈਫ ਟਾਈਮ ਲਈ। ਸੋ ਇਹਦੇ ਵਿੱਚ ਕੀ ਹੈ ਕਿ ਟੋਟਲ ਡਿਸੇਬਲਮੈਂਟ ਮੀਨਸ ਕਿ ਬੰਦਾ ਜਿਹੜਾ ਕੰਮ ਜਿਸ ਦੌਰਾਨ ਉਹਨੂੰ ਸੱਟ ਲੱਗ ਗਈ ਹੈ ਜਿਸ ਤਰ੍ਹਾਂ ਉਹ ਕੰਮ ਕਰ ਰਿਹਾ ਸੀ ਜੋ ਵੀ ਕੰਮ ਕਰ ਰਿਹਾ ਸੀ ਉਸ ਦੌਰਾਨ ਅਗਰ ਉਹਨੂੰ ਜਿਹੜੀ ਸੱਟ ਲੱਗ ਗਈ ਉਹਦੀ ਵਜ੍ਹਾ ਦੇ ਨਾਲ ਉਹ ਪਰਮਾਨੈਂਟਲੀ ਹੁਣ ਉਹ ਕੰਮ ਨਹੀਂ ਕਰ ਸਕਦਾ ਆ। ਠੀਕ ਹੈ। ਇਨ ਫਿਊਚਰ। ਸੋ ਇਹ ਹੈ ਇਹਦੇ ਵਿੱਚ ਆਏਗਾ। ਹੁਣ ਆਉਂਦਾ ਇੰਪਲੋਇਜ਼ ਲਾਇਬਿਲਿਟੀ ਫॉर ਕੰਪਨਸੇਸ਼ਨ। ਜਿਹੜਾ ਇੰਪਲੋਇਰ ਆ ਉਹ ਇੰਪਲੋਈ ਨੂੰ ਜਿਹੜਾ ਸੈਕਸ਼ਨ 3 ਦੇ ਅੰਡਰ ਕੰਪਨਸੇਸ਼ਨ ਪ੍ਰੋਵਾਈਡ ਕਰਦਾ ਹੈ ਔਰ 2 ਕੇਸਿਸ ਦੇ ਵਿੱਚ ਪ੍ਰੋਵਾਈਡ ਕਰੇਗਾ। ਪਹਿਲਾ ਆਕੂਪੇਸ਼ਨਲ ਡਿਜ਼ੀਜ਼ਸ ਦੇ ਕੇਸ ਦੇ ਵਿੱਚ ਤੇ ਦੂਸਰਾ ਪਰਸਨਲ ਇੰਜਰੀਜ਼ ਦੇ ਕੇਸ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਕੂਪੇਸ਼ਨਲ ਡਿਜ਼ੀਜ਼ ਦੀ। ਹੁਣ ਜਦੋਂ ਆਪਾਂ ਆਕੂਪੇਸ਼ਨਲ ਡਿਜ਼ੀਜ਼ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਅਸੀਂ 2 ਚੀਜ਼ਾਂ ਦੀ ਗੱਲ ਕਰਦੇ ਹਾਂ। ਇੱਕ ਕੁਛ ਇੰਪਲੋਇਮੈਂਟਸ ਜਿਹੜੀਆਂ ਆ ਉਹ ਐਕਟ ਦੇ ਸਕੈਡਿਊਲ 3 ਦੇ ਪਾਰਟ A ਵਿੱਚ ਡਿਫਾਈਨ ਨੇ ਤੇ ਕੁਛ ਇੰਪਲੋਇਮੈਂਟਸ ਜਿਹੜੀਆਂ ਆ ਉਹ ਐਕਟ ਦੇ ਸਕੈਡਿਊਲ 3 ਦੇ ਪਾਰਟ B ਦੇ ਵਿੱਚ ਡਿਫਾਈਨ ਨੇ। ਹੁਣ ਜਿਹੜੀਆਂ ਪਾਰਟ A ਦੇ ਵਿੱਚ ਡਿਫਾਈਨਡ ਨੇ ਇੰਪਲੋਇਮੈਂਟਸ ਅਗਰ ਉਹਦੇ ਵਿੱਚ ਕੰਮ ਕਰਦੇ ਦੌਰਾਨ ਇੰਪਲੋਈ ਨੂੰ ਕੋਈ ਇਹੋ ਜਿਹੀ ਡਿਜ਼ੀਜ਼ ਜਿਹੜੀ ਹੈ ਉਹ ਹੋ ਜਾਂਦੀ ਹੈ ਸੋ ਉਹਨੂੰ ਆਪਾਂ ਆਕੂਪੇਸ਼ਨਲ ਡਿਜ਼ੀਜ਼ ਕਵਾਂਗੇ ਤੇ ਉਹਦੇ ਹਿਸਾਬ ਦੇ ਨਾਲ ਜੋ ਬਣਦਾ ਕੰਪਨਸੇਸ਼ਨ ਉਹਨੂੰ ਮਿਲੇਗਾ।
ਪਾਰਟ ਬੀ ਦੇ ਕੇਸ ਦੇ ਵਿੱਚ ਜੇਕਰ EMPLOYE ਜਿਹੜਾ ਆ ਉਸੇ ਹੀ EMPLOYER ਦੇ ਕੋਲ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ ਤੇ ਉਹਨਾਂ 6 ਮਹੀਨਿਆਂ ਦੌਰਾਨ ਅਗਰ ਉਹਨੂੰ ਕੋਈ ਇਹੋ ਜਿਹੀ ਬਿਮਾਰੀ ਹੋ ਜਾਂਦੀ ਹੈ ਸੋ ਉਸ ਕੇਸ ਦੇ ਵਿੱਚ ਉਹਨੂੰ ਕੰਪਨਸੇਸ਼ਨ ਜਿਹੜਾ ਆਕੂਪੇਸ਼ਨਲ ਡਿਜ਼ੀਜ਼ ਦਾ ਮਿਲੇਗਾ। ਠੀਕ ਹੈ, ਸੋ ਇਹ ਦੋ ਚੀਜ਼ਾਂ ਆਕੂਪੇਸ਼ਨਲ ਡਿਜ਼ੀਜ਼ ਦੇ ਵਿੱਚ ਜਿਹਦੇ ਵਿੱਚ ਪਾਰਟ ਏ ਤੇ ਪਾਰਟ ਬੀ ਦੇ ਵਿੱਚ ਕੁਝ ਇੰਪਲੋਇਮੈਂਟਸ ਇਹਨਾਂ ਨੇ ਡਿਫਾਈਨ ਕੀਤੀਆਂ ਜਿਹਦੇ ਦੌਰਾਨ ਕੀ ਹੈ ਡਿਜ਼ੀਜ਼ ਹੋ ਸਕਦੀ ਹੈ EMPLOYE ਨੂੰ ਤੇ EMPLOYER ਜਿਹੜਾ ਹੈ ਲਾਇਬਲ ਹੋਏਗਾ ਕੰਪਨਸੇਸ਼ਨ ਪੇ ਕਰਨ ਲਈ। ਤੇ ਦੂਸਰਾ ਹੈ ਪਰਸਨਲ ਇੰਜਰੀ। ਪਰਸਨਲ ਇੰਜਰੀ ਜਿਹੜੀ ਹੈ ਇਹਦੇ ਵਿੱਚ ਤਿੰਨ ਮੇਨ ਪੁਆਇੰਟ ਇੰਪੋਰਟੈਂਟ ਆ। ਪਹਿਲਾ ਤੇ ਪਰਸਨਲ ਜੇ ਤੁਸੀਂ ਕੰਪਨਸੇਸ਼ਨ ਲੈਣਾ ਤੇ ਪਰਸਨਲ ਇੰਜਰੀ ਤੁਹਾਨੂੰ ਹੋਣੀ ਚਾਹੀਦੀ ਹੈ, ਸੱਟ ਤੁਹਾਨੂੰ ਲੱਗੀ ਹੋਣੀ ਚਾਹੀਦੀ ਹੈ ਔਰ ਇਹ ਸੱਟ ਦੇ ਵਿੱਚ ਨਰਵਸ ਸ਼ੌਕ, ਬ੍ਰੇਕਡਾਊਨ ਔਰ ਮੈਂਟਲ ਸਟ੍ਰੇਨ ਵੀ ਇਨਕਲੂਡਡ ਆ। ਦੂਸਰੀ ਗੱਲ, ਇਹ ਜਿਹੜੀ ਤੁਹਾਨੂੰ ਸੱਟ ਲੱਗੀ ਹੈ ਇਹ ਐਕਸੀਡੈਂਟ ਦੇ ਰਿਜ਼ਲਟ ਨਾਲ ਹੀ ਲੱਗੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਬਾਹਰੋਂ ਤੁਸੀਂ ਲਵਾ ਕੇ ਆ ਗਏ ਤੇ ਅੰਦਰ ਆ ਕੇ ਕਿਹਾ ਵੀ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਕੰਪਨਸੇਸ਼ਨ ਚਾਹੀਦਾ, ਨਹੀਂ। ਠੀਕ ਹੈ, ਤੇ ਤੀਸਰਾ ਡਿਊਰਿੰਗ ਦੀ ਕੋਰਸ ਆਫ ਇੰਪਲੋਇਮੈਂਟ ਹੀ ਹੋਣੀ ਚਾਹੀਦੀ ਹੈ, ਯਾਨੀ ਕਿ ਕੰਮ ਕਰਦੇ ਵਕਤ ਹੀ ਤੁਹਾਨੂੰ ਇਹ ਸੱਟ ਜਿਹੜੀ ਹੈ ਲੱਗੀ ਹੋਣੀ ਚਾਹੀਦੀ ਹੈ, ਫਿਰ ਹੀ ਤੁਹਾਨੂੰ ਇਹਦਾ ਕੰਪਨਸੇਸ਼ਨ ਮਿਲੇਗਾ। ਸੋ ਤਿੰਨ ਚੀਜ਼ਾਂ ਆ ਕਿ ਕੰਪਨਸੇਸ਼ਨ ਲੈਣ ਵਾਸਤੇ ਇੱਕ ਤਾਂ ਸੱਟ ਜ਼ਰੂਰੀ ਹੈ ਤੇ ਦੂਸਰਾ ਉਹ ਸੱਟ ਜਿਹੜੀ ਐਕਸੀਡੈਂਟ ਦੇ ਕਰਕੇ ਲੱਗੀ ਹੋਣੀ ਚਾਹੀਦੀ ਹੈ ਤੇ ਉਹ ਐਕਸੀਡੈਂਟ ਜਿਹੜਾ ਡਿਊਰਿੰਗ ਦਾ ਕੋਰਸ ਆਫ ਇੰਪਲੋਇਮੈਂਟ ਹੋਣਾ ਚਾਹੀਦਾ ਆ। ਸੋ EMPLOYER ਨੂੰ ਲਾਇਬਲ ਬਣਾਉਣ ਵਾਸਤੇ ਕਿ ਉਹ ਕੰਪਨਸੇਸ਼ਨ ਪੇ ਕਰੇ ਕੁਝ ਇੰਪੋਰਟੈਂਟ ਪੁਆਇੰਟਸ ਜ਼ਰੂਰੀ ਨੇ। ਇੱਕ ਤਾਂ ਹੋ ਗਿਆ ਕਿ ਐਕਸੀਡੈਂਟ ਹੋਣਾ ਚਾਹੀਦਾ ਆ, ਡਿਊ ਟੂ ਇੰਪਲੋਇਮੈਂਟ ਹੀ ਹੋਣਾ ਚਾਹੀਦਾ ਆ। ਠੀਕ ਹੈ, ਤੇ ਪਰਸਨਲ ਇੰਜਰੀ ਵੀ ਹੋਣੀ ਚਾਹੀਦੀ ਹੈ। ਬਟ ਕਈ ਕੇਸਿਸ ਦੇ ਵਿੱਚ ਜਿਹੜਾ EMPLOYER ਲਾਇਬਲ ਨਹੀਂ ਹੁੰਦਾ ਕੰਪਨਸੇਸ਼ਨ ਪੇ ਕਰਨ ਵਾਸਤੇ। ਉਹ ਕਿਹੜੇ ਕੇਸਿਸ ਨੇ? ਪਹਿਲਾ ਇਹ ਕਿ ਜੇ ਤੁਹਾਨੂੰ ਸੱਟ ਲੱਗੀ ਹੈ ਤੇ ਪਰ 3 ਦਿਨ ਦੇ ਵਿੱਚ ਤੁਸੀਂ ਠੀਕ ਹੋ ਜਾਂਦੇ ਆ। ਠੀਕ ਹੈ, ਸੋ ਤੁਹਾਡੀ ਡਿਸੇਬਲਮੈਂਟ ਜਿਹੜੀ ਹੈ 3 ਦਿਨਾਂ ਤੋਂ ਐਕਸੀਡ ਨਹੀਂ ਕਰਦੀ ਹੈ, ਸੋ ਉਸ ਕੇਸ ਦੇ ਵਿੱਚ ਤੁਸੀਂ ਕੰਪਨਸੇਸ਼ਨ ਨਹੀਂ ਲੈ ਸਕਦੇ। ਦੂਸਰੀ ਗੱਲ, ਜੇ ਡੈਥ ਜਾਂ ਪਰਮਾਨੈਂਟ ਡਿਸੇਬਲਮੈਂਟ ਜਿਹੜੀ ਹੈ ਫੋਲੋਇੰਗ ਰੀਜ਼ਨਸ ਦੇ ਕਰਕੇ ਹੋਈ ਹੈ ਤੇ ਤਦ ਵੀ ਤੁਸੀਂ ਕੰਪਨਸੇਸ਼ਨ ਜਿਹੜੀ ਹੈ ਕਲੇਮ ਨਹੀਂ ਕਰ ਸਕਦੇ EMPLOYER ਕੋਲ। ਕਿਹੜੇ ਰੀਜ਼ਨਸ ਨੇ? ਪਹਿਲਾ ਹੈਗਾ ਕਿ ਜਦੋਂ ਐਕਸੀਡੈਂਟ ਹੋਇਆ ਤੇ ਬੰਦੇ ਨੇ ਕੁਝ ਖਾਧਾ ਪੀਤਾ ਜਾਂ ਨਸ਼ੇ ਨੁਸ਼ੇ ਵਾਲੀ ਚੀਜ਼, ਠੀਕ ਆ, ਤੇ ਉਸ ਕੇਸ ਦੇ ਵਿੱਚ। ਦੂਸਰਾ ਹੈਗਾ ਕਿ ਉਹਨੂੰ ਜਿਵੇਂ ਹੁੰਦਾ ਨਾ ਫੈਕਟਰੀਜ਼ ਦੇ ਵਿੱਚ ਸੇਫਟੀ ਗਾਰਡਸ ਲੱਗੇ ਹੁੰਦੇ ਆ ਪ੍ਰੀਕਾਸ਼ਨਸ ਲੈਣ ਵਾਸਤੇ, ਅਗਰ ਉਹਨੂੰ ਵਿਲਫੁਲੀ ਡਿਸਓਬੇ ਕਰਦਾ ਜਾਂ ਨਹੀਂ ਫੋਲੋ ਕਰਦਾ ਰੂਲਸ ਨੂੰ, ਠੀਕ ਹੈ, ਤੀਸਰਾ ਸੇਫਟੀ ਰੂਲਸ ਨੂੰ, ਤੇ ਤੀਸਰਾ ਜੇਕਰ ਉਹ ਉੱਥੋਂ ਰਿਮੂਵ ਵੀ ਕਰ ਦਿੰਦਾ ਸੇਫਟੀ ਪ੍ਰੀਕਾਸ਼ਨਸ ਜਿਹੜੀਆਂ ਸੇਫ ਗਾਰਡਸ ਜੋ ਵੀ ਲਗਾਏ ਹੁੰਦੇ ਨੇ ਫੈਕਟਰੀ ਦੇ ਵਿੱਚ ਵਰਕਰਸ ਦੀ ਸੇਫਟੀ ਲਈ, ਉਹਨਾਂ ਨੂੰ ਉੱਥੋਂ ਰਿਮੂਵ ਕਰ ਦਿੰਦਾ ਆ। ਸੋ ਉਸ ਕੇਸ ਇਹਨਾਂ ਤਿੰਨਾਂ ਕੇਸਿਸ ਦੇ ਵਿੱਚ ਅਗਰ ਉਹਨੂੰ ਸੱਟ ਲੱਗ ਵੀ ਜਾਂਦੀ ਆ ਤੇ ਫਿਰ ਉਹ ਕੰਪਨਸੇਸ਼ਨ ਲੈਣ ਲਈ ਉਹਦੀ ਨਹੀਂ, ਉਹਨੂੰ ਕੰਪਨਸੇਸ਼ਨ ਨਹੀਂ ਮਿਲੇਗਾ। ਠੀਕ ਹੈ, ਸੋ ਉਹ ਇਸ ਚੀਜ਼ ਤੋਂ ਬਾਹਰ ਹੋ ਜਾਂਦਾ ਫਿਰ। ਦੈਨ ਉਸ ਤੋਂ ਬਾਅਦ ਹੈਗਾ ਸੂਟ ਫॉर ਡੈਮੇजेस ਇਨ ਕੋਰਟ ਬਾਰਡ। ਹੁਣ ਜੇਕਰ ਕੋਈ ਬੰਦਾ ਉਹਨੇ ਸਿਵਲ ਕੋਰਟ ਦੇ ਵਿੱਚ ਫਾਈਲ ਕਰ ਦਿੱਤਾ ਵੀ ਮੈਨੂੰ EMPLOYER ਤੋਂ ਕੰਪਨਸੇਸ਼ਨ ਚਾਹੀਦਾ ਵੀ ਮੇਰੀ ਡਿਸੇਬਲਮੈਂਟ ਹੋ ਗਈ, ਪਾਰਸ਼ਲ ਹੋ ਗਈ, ਟੋਟਲ ਹੋ ਗਈ, ਜਾਂ ਡੈਥ ਦੇ ਕੇਸ ਦੇ ਵਿੱਚ ਉਹਦੇ ਡਿਪੈਂਡੈਂਟਸ ਨੇ ਪਾਸ ਕਰ ਦਿੱਤਾ ਫਾਈਲ, ਸੋ ਉਸ ਕੇਸ ਦੇ ਵਿੱਚ ਵੀ ਉਹਨੂੰ ਕੰਪਨਸੇਸ਼ਨ ਜਿਹੜਾ ਆ ਉਹ ਵਰਕਮੈਨ ਕੰਪਨਸੇਸ਼ਨ ਐਕਟ ਦੇ ਅੰਡਰ ਨਹੀਂ ਮਿਲੇਗਾ। ਫਿਰ ਉਹਨੂੰ ਜੋ ਸਿਵਲ ਕੋਰਟ ਤੈਅ ਕਰੇਗੀ ਉਹਦੇ ਹਿਸਾਬ ਦੇ ਨਾਲ ਹੀ ਉਹਨੂੰ ਦਿੱਤਾ ਜਾਏਗਾ। ਇਹ ਨਹੀਂ ਕਿ ਦੋਵੇਂ ਜਗ੍ਹਾ ਤੋਂ ਲੈ ਸਕਦਾ ਆ, ਰਾਈਟ। ਇਸੇ ਤਰ੍ਹਾਂ ਹੀ ਜਿਹੜਾ EMPLOYE ਹੈ ਉਹ ਸਿਵਲ ਕੋਰਟ ਦੇ ਵਿੱਚ ਜਾ ਕੇ ਵੀ ਸੂਟ ਨਹੀਂ ਫਾਈਲ ਕਰ ਸਕਦਾ ਵੀ ਜੇ ਦੋ ਕੇਸਿਸ ਦੇ ਵਿੱਚ ਕਿ ਜੇਕਰ ਸਭ ਤੋਂ ਪਹਿਲਾਂ ਤੇ ਜੇਕਰ ਉਹਦੀ ਇੰਜਰੀ ਦਾ ਕੰਪਨਸੇਸ਼ਨ ਜਿਹੜਾ ਉਹਨੇ ਕਲੇਮ ਕੀਤਾ ਆ ਬਿਫੋਰ ਅ ਕਮਿਸ਼ਨਰ ਤੇ ਦੂਸਰੀ ਲੇਬਰ ਕਮਿਸ਼ਨਰ ਵਗੈਰਾ ਜਿਹੜੇ ਹੁੰਦੇ ਆ, ਤੇ ਦੂਸਰੀ ਗੱਲ ਕਿ ਜੇਕਰ ਉਹ EMPLOYE ਤੇ EMPLOYER ਦੇ ਵਿੱਚ ਆਲਰੇਡੀ ਐਗਰੀਮੈਂਟ ਹੋ ਚੁੱਕਾ ਹੈ ਕਿ ਵਰਕਮੈਨ ਕੰਪਨਸੇਸ਼ਨ ਐਕਟ ਦੇ ਅੰਡਰ ਉਹਨੂੰ ਜੋ ਵੀ ਉਹਦਾ ਬਣਦਾ ਕੰਪਨਸੇਸ਼ਨ ਉਹ ਦਿੱਤਾ ਜਾਊਗਾ। ਸੋ ਇਹਨਾਂ ਦੋਨਾਂ ਕੇਸਿਸ ਦੇ ਵਿੱਚ EMPLOYE ਜਿਹੜਾ ਹੈ ਸਿਵਲ ਕੋਰਟ ਦੇ ਵਿੱਚ ਨਹੀਂ ਜਾਏਗਾ। ਇਸੇ ਤਰ੍ਹਾਂ ਹੀ ਜਿਹੜਾ EMPLOYER ਆ ਉਹ ਕੰਟਰੈਕਟਰ ਨੂੰ ਵੀ ਕੰਪਨਸੇਸ਼ਨ ਦੇਣ ਲਈ ਲਾਇਬਲ ਹੈ ਅੰਡਰ ਸੈਕਸ਼ਨ 12 ਆਫ ਦੀ ਐਕਟ। ਕੰਟਰੈਕਟਰ ਕੌਣ ਹੁੰਦੇ ਆ? ਬੇਸਿਕਲੀ ਜਿਹੜੇ ਠੇਕੇ ਤੇ ਜਿਨ੍ਹਾਂ ਨੂੰ ਆਪਾਂ ਕੰਮ ਦੇ ਦਿੰਦੇ ਆ। ਸੋ ਇਹਨਾਂ ਨੂੰ 3 ਕੇਸਿਸ ਦੇ ਵਿੱਚ ਆਪਾਂ ਜਿਹੜਾ ਆ ਉਹ ਜਿਹੜਾ EMPLOYER ਆ ਉਹ ਲਾਇਬਲ ਹੋਏਗਾ ਕੰਪਨਸੇਸ਼ਨ ਪੇ ਕਰਨ ਲਈ। ਸਭ ਤੋਂ ਪਹਿਲਾਂ ਕਿ ਜਿਹੜਾ ਕੰਟਰੈਕਟਰ ਆ ਉਹ ਕੰਮ ਕਰ ਰਿਹਾ ਜਿਹੜਾ EMPLOYER ਦੇ ਟ੍ਰੇਡ ਜਾਂ ਬਿਜ਼ਨਸ ਦੇ ਨਾਲ ਰਿਲੇਟਡ ਆ। ਦੂਸਰੀ ਗੱਲ, ਉਹਦੇ ਵਿੱਚ EMPLOYEES ਇਨਵੋਲਵਡ ਨੇ। ਤੇ ਤੀਸਰੀ ਗੱਲ ਕਿ ਜਿਹੜਾ ਐਕਸੀਡੈਂਟ ਹੋਇਆ ਵਿਦਨ ਦ ਪ੍ਰੈਮਿਸਿਸ ਆਫ EMPLOYER, ਪ੍ਰਿੰਸੀਪਲ EMPLOYER ਜਿਹੜਾ ਉਹਦੇ ਪ੍ਰੈਮਿਸਿਸ ਦੇ ਅੰਦਰ ਹੀ ਉਹ ਐਕਸੀਡੈਂਟ ਜਿਹੜਾ ਆ ਉਹ ਹੋਇਆ ਆ, ਰਾਈਟ। ਔਰ ਉਹ ਹੋਇਆ ਉਸ ਤਰ੍ਹਾਂ ਨਾ ਜਿਸ ਤਰ੍ਹਾਂ ਜਿਹੜਾ ਕੰਮ ਕੰਟਰੈਕਟਰ ਨੂੰ ਦਿੱਤਾ ਗਿਆ ਸੀ ਉਹ ਐਗਜ਼ੀਕਿਊਟ ਕੀਤਾ ਜਾ ਰਿਹਾ ਸੀ, ਉਸ ਤਰ੍ਹਾਂ ਉਹ ਐਕਸੀਡੈਂਟ ਹੋਇਆ। ਸੋ ਉਸ ਕੇਸਿਸ ਦੇ ਵਿੱਚ ਜਿਹੜਾ EMPLOYER ਆ ਉਹ ਕੰਟਰੈਕਟਰ ਨੂੰ ਵੀ ਲਾਇਬਲ ਹੋਏਗਾ ਕੰਪਨਸੇਸ਼ਨ ਪੇ ਕਰਨ ਲਈ। ਦੈਨ ਉਸ ਤੋਂ ਬਾਅਦ ਹੈਗਾ ਮੀਨਿੰਗ ਆਫ ਕੰਪਨਸੇਸ਼ਨ। ਇਹ ਡਿਫਾਈਨਡ ਹੈ ਅੰਡਰ ਸੈਕਸ਼ਨ 2 ਸਬਸੈਕਸ਼ਨ 1 ਸਬਸੈਕਸ਼ਨ C ਆਫ ਦੀ ਐਕਟ। ਇਹਦੇ ਵਿੱਚ ਕੰਪਨਸੇਸ਼ਨ ਦਾ ਮਤਲਬ ਹੈ ਕਿ ਕੰਪਨਸੇਸ਼ਨ ਉਦੋਂ ਦਿੱਤਾ ਜਾਏਗਾ। ਇੱਕ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸੈਕਸ਼ਨ 4 ਦੇ ਅੰਡਰ ਹੈਗਾ ਅਮਾਊਂਟ ਆਫ ਕੰਪਨਸੇਸ਼ਨ। ਅਮਾਊਂਟ ਆਫ ਕੰਪਨਸੇਸ਼ਨ ਜਿਹੜਾ ਆ ਉਹ ਕਿਸ ਨੂੰ ਪੇ ਕੀਤਾ ਜਾਂਦਾ? EMPLOYE ਨੂੰ, ਅਗਰ ਉਹਦੀ ਟੈਂਪਰਰੀ ਜਾਂ ਪਰਮਾਨੈਂਟ ਡਿਸੇਬਲਮੈਂਟ ਹੋ ਗਈ ਜਾਂ ਕਿਸੇ ਡਿਜ਼ੀਜ਼ ਦੇ ਨਾਲ ਉਹ ਕੰਟਰੈਕਟ ਕਰ ਗਿਆ ਆ। ਦੈਨ ਉਸ ਤੋਂ ਬਾਅਦ ਹੈਗਾ ਆ ਕਿ ਕੰਪਨਸੇਸ਼ਨ ਜਿਹੜਾ ਆ ਉਹ ਕਿਸ ਤਰ੍ਹਾਂ ਪੇ ਕੀਤਾ ਜਾਏਗਾ। ਐਂਡ ਦੂਸਰੀ ਗੱਲ
कि अगर वो डिफॉल्ट कर जाता है एम्पलॉयर तो उस केस के विच उन्होंने की पेनल्टी लगेगी। दैन उस तो बाद आंदा टाइम ऑफ पेमेंट ऑफ कंपनसेशन। ये है सैक्शन 4A के अंडर, ये है कि अंडर सैक्शन 4 कंपनसेशन जिहड़ी है वो बंदे नूं उदों प्रोवाइड की जाएगी या एम्पलॉयर जिहड़ा आ कंपनसेशन उहदे लई उदों ड्यू हो जाती है पे करनी जदों कि कोई इंसीडेंट हो गया आ जां जिद्दां एक्सीडेंट हो गया, इंजरी हो गई या परमानेंट पार्शल डिसेबलमेंट, टोटल डिसेबलमेंट हो गई है या डैथ हो गई है। सो उस वेले तो ही वो कंपनसेशन जिहड़ी है ड्यू हो जाएगी, ना कि जदों कमिश्नर उन्होंने डिसाइड करेगा। राइट, हुण आंदा मैथड ऑफ कैलकुलेटिंग वेजिस। मंथली वेजिस का मतलब की है अमाउंट ऑफ वेजिस जिहड़ियां कि एक मंथ की सर्विस वास्ते पे करनियां, इन्हां आपां किद्दां कैलकुलेट करांगे। फॉर एग्जाम्पल ये मतलब कैटेगरीज ने, जिद्दां फस्ट कैटेगरी दे विच हैगा कि जेकर इंपलॉय पिछले 12 महीने तो लगातार उस ही इंपलॉयर के अंडर काम कर रहा है जिस दौरान उसका एक्सीडेंट हो गया है। सो उस केस दे विच जिहड़ी उहदी मंथली वेजिस ने वो जिहड़ियां पिछले 12 महीने जिन्नियां भी उन्होंने वेजिस मिलनियां सीगियां वो टोटल वेजिस का 1/12 जिहड़ा आ वो उन्होंने मिलेगा एज अ मंथली वेज उस पीरियड के दौरान। राइट, दूसरी कैटेगरी दे विच हैगा जेकर वो कंटीन्यूअस सर्विस दे विच है लैस दैन 1 मंथ। सो उस केस दे विच उहदी मंथली वेज किस तरह डिसाइड की जाऊगी, उस केस दे विच उहदी मंथली जिहड़ी है इनकम इस तरह डिसाइड की जाएंगियां वेजिस जिहड़ियां आ कि लास्ट 12 मंथ्स दे विच, ठीक है, उस इंपलॉयर के अंडर जां दो केसिस ने, जां तो उस इंपलॉयर के अंडर उस तरह का ही काम कर रहा सी जां फिर वो किसी होर लोकैलिटी दे विच कोई होर इंपलॉय उस तरह का ही काम कर रहा सीगा। सो उहदे नाल कंपेयर करके जो एवरेज बनता है पिछले 12 महीने का उस हिसाब नाल उन्होंने मंथली वेजिस दित्तियां जाणगियां। तीसरी कैटेगरी, ठीक है, ये तो हो गया, पहला हो गया कि पिछले 12 महीने जिन्हें काम किया उन्होंने 1/12 ऑफ द टोटल वेजिस जो पिछले साल बनदियां। दैन उस तो बाद सैकेंड आपां कीता कि जे 1 मंथ तो घट है तो उस लोकैलिटी दे विच उस तरह का इंपलॉय उस तरह का जो काम कर रहा ਉਹਦੀ पिछले 12 महीने की जो कमाई है ਉਹਦਾ मंथली एवरेज कढ़ के ਜਿਹੜਾ ਉਹਨੂੰ वेजिस ਦਿੱਤੀਆਂ ਜਾਣਗੀਆਂ। ਤੇ तीसरा हैगा जे उपरला B क्लॉज ਜਿਹੜਾ ਆਪਾਂ पढ़िया आ लैस दैन 1 मंथ वाला, जे ये पॉसीबल नहीं है तो फिर उस केस ਦੇ ਵਿੱਚ मंथली वेजिस ਜਿਹੜੀਆਂ ਆ ਉਹ पिछले जो भी कंटीन्यूअस पीरियड ऑफ सर्विस रहा होगा, मान लो किसी ने 6 महीने काम किया, ठीक है, 6 महीने मतलब 180 दिन काम किया तो उस 6 महीने दौरान उन्हें जो भी मंथली वेजिस अर्न कीतियां ਉਹਦਾ ਆਪਾਂ 30 ਗੁਣਾ ਨੂੰ ਕਰ ਲੈਂਦੇ ਹਾਂ, मतलब 30 ਨਾਲ ਉਹਨੂੰ ਮਲਟੀਪਲਾਈ ਕਰ ਦਿੱਤਾ ਤੇ ਫਿਰ ਉਹਨੂੰ ਡਿਵਾਈਡ ਕਰ ਦਾਂਗੇ 180 ਦੇ ਨਾਲ ਤੇ ਉਹ ਜੋ ਵੀ ਉਹਦਾ ਰਿਜ਼ਲਟ ਆਊਗਾ ਉਹ ਅਸੀਂ ਉਹਨੂੰ ਮੰਥਲੀ ਵੇਜਸ ਜਿਹੜੀਆਂ ਦਵਾਂਗੇ। ਰਾਈਟ, ਸੋ ਇਹ ਤਿੰਨ ਕੈਟਾਗਰੀਜ਼ ਨੇ। ਦੈਨ ਉਸ ਤੋਂ ਹੈਗਾ ਹੈ ਹਾਫ ਮੰਥਲੀ ਪੇਮੈਂਟ, ਜਿਸ ਕੇਸ ਦੇ ਵਿੱਚ ਹਾਫ ਮੰਥਲੀ ਪੇਮੈਂਟ ਹੁੰਦੀ ਹੈ ਉਸ ਕੇਸ ਦੇ ਵਿੱਚ ਉਹਦਾ ਰਿਵਿਊ ਜਿਹੜਾ ਹੈ ਕਮਿਸ਼ਨਰ ਕਰਦਾ ਆ ਔਰ ਐਮਪਲੋਇਰ ਜਾਂ ਫਿਰ ਇੰਪਲੋਈ ਜਿਹੜਾ ਆ ਕਮਿਸ਼ਨਰ ਦੇ ਅੱਗੇ ਮੈਡੀਕਲ ਸਰਟੀਫਿਕੇਟ ਰੱਖੇਗਾ ਜਿਹਦੇ ਤੋਂ ਇਹ ਪ੍ਰੂਵ ਹੋਊਗਾ ਕਿ ਜਿਹੜਾ ਬੰਦਾ ਆ ਉਹ ਪਹਿਲਾਂ ਜਿੰਨਾ ਐਫੀਸ਼ੀਐਂਟਲੀ ਕੰਮ ਨਹੀਂ ਕਰ ਪਾ ਰਿਹਾ। ਦੈਨ ਉਸ ਤੋਂ ਬਾਅਦ ਹੈਗਾ ਕਮੂਟੇਸ਼ਨ ਆਫ ਹਾਫ ਮੰਥਲੀ ਪੇਮੈਂਟ, ਇਨ ਕੇਸ ਦੋਨੇ ਪਾਰਟੀਜ਼ ਜਿਹੜੀਆਂ ਇੰਪਲੋਇਰ ਜਾਂ ਇੰਪਲੋਈ ਐਗਰੀ ਨਹੀਂ ਕਰਦੇ ਆਪਸ ਦੇ ਵਿੱਚ, ਠੀਕ ਹੈ, ਤੇ ਜਿਹੜੀ ਪੇਮੈਂਟ ਹੈ ਹਾਫ ਮੰਥਲੀ ਪੇਮੈਂਟ ਉਹ ਪਿਛਲੇ 6 ਮਹੀਨਿਆਂ ਤੋਂ ਕੰਟੀਨਿਊਟੀ ਦੇ ਵਿੱਚ ਹੈਗੀ ਹੈ, ਠੀਕ ਹੈ, ਜਾਂ ਫਿਰ ਇੰਪਲੋਇਰ ਜਿਹੜਾ ਉਹਨੂੰ ਲਾਇਬਲ ਆ ਪੇ ਕਰਨ ਵਾਸਤੇ ਔਰ ਇੰਪਲੋਈ ਜਿਹੜਾ ਉਹਨੂੰ ਲੈਣ ਵਾਸਤੇ ਰਿਸੀਵ ਕਰਨ ਵਾਸਤੇ ਜਿਹੜਾ ਆ ਉਹ ਹੈਗਾ ਐਲੀਜੀਬਲ। ਸੋ ਉਸ ਕੇਸ ਦੇ ਵਿੱਚ ਕਮਿਸ਼ਨਰ ਜਿਹੜਾ ਆ ਉਹ ਡਿਸਾਈਡ ਕਰੇਗਾ कि ये हाफ मंथली पेमेंट दी जाऊगी या फिर एक लमसम अमाउंट जोड़ा वो परसन जोड़ा मतलब एम्पलॉयर अगर वो डिफॉल्ट कर जाता सो उस केस के एम्पलॉय नूं वो एक लमसम अमाउंट जोड़ा हाफ मंथली पेमेंट की जगह प्रोवाइड करेगा। नैक्सट है डिस्ट्रीब्यूशन ऑफ कंपनसेशन। सैक्शन 8 के अंदर ਜਿਹੜਾ ਪਰਸਨ ਅਗਰ ਕਿਸੇ ਦੀ ਵਰਕਮੈਨ ਦੀ ਡੈਥ ਹੋ ਗਈ ਹੈ ਸੋ ਉਸ ਕੇਸ ਦੇ ਵਿੱਚ ਕੰਪਨਸੇਸ਼ਨ ਉਹਦੇ ਲੀਗਲ ਹੀਅਰਸ ਨੂੰ ਦਿੱਤਾ ਜਾਊਗਾ, ਬਟ ਸੈਕਸ਼ਨ 8 ਦੇ ਅਕੋਰਡਿੰਗਲੀ ਜਿਹੜਾ ਐਮਪਲੋਇਰ ਆ ਉਹ ਡਾਇਰੈਕਟਲੀ ਕੰਪਨਸੇਸ਼ਨ ਜਿਹੜਾ ਉਹਦੇ ਲੀਗਲ ਹੀਅਰਸ ਨੂੰ ਟ੍ਰਾਂਸਫਰ ਨਹੀਂ ਕਰੇਗਾ। ਸੋ ਇਹਦਾ ਜੋ ਵੀ ਰੂਟ ਹੋਏਗਾ, ਜੋ ਵੀ ਜਿਸ ਤਰ੍ਹਾਂ ਵੀ ਪ੍ਰੋਸੈਸ ਇਹ ਫੋਲੋ ਹੋਏਗਾ ਵੀ ਕਿੱਦਾਂ ਡਿਸਟਰੀਬਿਊਟ ਕਰਨਾ ਲੀਗਲ ਹੀਅਰਸ ਦੇ ਅਮੰਗ, ਸੋ ਉਹ ਡਿਸਾਈਡ ਕੌਣ ਕਰੇਗਾ? ਲੇਬਰ ਕਮਿਸ਼ਨਰ ਡਿਸਾਈਡ ਕਰੇਗਾ। ਦੈਨ ਉਸ ਤੋਂ ਬਾਅਦ ਹੈਗਾ ਸੈਕਸ਼ਨ 9। ਸੈਕਸ਼ਨ 9 ਦੇ ਅੰਡਰ ਹੈਗਾ ਕਿ ਜੇ ਇਨ ਕੇਸ ਪਰਸਨ ਜਿਹੜਾ ਆ ਉਹ ਪਰਸਨਲ ਇੰਜਰੀ ਤੋਂ ਸਫਰ ਕਰ ਰਿਹਾ ਸੋ ਉਸ ਕੇਸ ਦੇ ਵਿੱਚ ਉਹ ਹਾਫ ਮੰਥਲੀ ਵੇਜਿਸ ਜਾਂ ਜੋ ਵੀ ਉਹਦਾ ਲਮਸਮ ਅਮਾਊਂਟ ਬਣਦਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਆ ਸੋ ਉਸ ਕੇਸ ਦੇ ਵਿੱਚ ਉਹੀ ਵਰਕਮੈਨ ਜਿਹੜਾ ਆ ਉਹ ਰਿਸੀਵ ਕਰੇਗਾ, ਉਹਦੇ ਬਿਹਾਫ 'ਤੇ ਕੋਈ ਹੋਰ ਪਰਸਨ ਜਿਹੜਾ ਰਿਸੀਵ ਨਹੀਂ ਕਰੂਗਾ। Then ਉਸ ਤੋਂ ਬਾਅਦ ਹੈ compensation to be first charge. Compensation money shall bear the first charge on assets transferred by the employer. In case अगर compensation ਜਿਹੜੀ due है employer ने employee ਨੂੰ pay ਕਰਨੀ ਹੈ ਸੋ ਉਸ ਕੇਸ ਦੇ ਵਿੱਚ ਅਗਰ employer ਆਪਣੇ assets transfer ਕਰਦਾ ਹੈ employee ਨੂੰ ਸੋ ਉਸ ਕੇਸ ਦੇ ਵਿੱਚ ਉਹਨੂੰ ਫਸਟ ਚਾਰਜ ਕੰਸੀਡਰ ਕੀਤਾ ਜਾਊਗਾ
एंड दैट विल कंसिस्ट ऑफ इमूवेबल प्रॉपर्टी। ठीक है, सो इन्नियां ही चीज़ां जिहड़ियां तुसीं वर्कमैन कंपनसेशन एक्ट के अंदर याद रखनियां ने। सो दैट वाज ऑल, थैंक यू।